हेलो एवरीवन, वेलकम यू ऑल इन योर ओन चैनल लर्न एवरीथिंग। सो ਅਸੀਂ ਕਰ ਰਹੇ ਸੀ ਕਿ ਸਟ੍ਰੀਟ ਲਾਈਨ ਉਹਦੇ ਵਿੱਚ ਕਾਫੀ ਸਾਰਾ ਜੋ ਆਪਾਂ ਅਲੱਗ-ਅਲੱਗ ਮੈਥਡਸ ਆ ਸਟ੍ਰੀਟ ਲਾਈਨ ਦੀ ਇਕੁਏਸ਼ਨ ਪਤਾ ਕਰਨ ਦੇ, ਪਰਪੈਂਡੀਕੂਲਰ ਡਿਸਟੈਂਸ ਪਤਾ ਕਰਨ ਦੇ, ਉਹ ਅਸੀਂ ਕਰ ਚੁੱਕੇ ਹਾਂ। ਨਾਓ ਨੈਕਸਟ ਇਜ਼ ਦ ਟ੍ਰਾਂਸਲੇਸ਼ਨ ਆਫ ਐਕਸਿਸ। ਜੇ ਆਪਾਂ ਐਕਸਿਸ ਨੂੰ ਹੀ ਟ੍ਰਾਂਸਲੇਟ ਕਰ ਦਈਏ ਦੈਨ ਕੀ ਇਕੁਏਸ਼ਨ ਬਣੇਗੀ? ਕਲੀਅਰ? ਉਹ ਪੁਆਇੰਟ ਵੀ ਸ਼ਿਫਟ ਕਿੱਥੇ ਹੋਣਗੇ, ਅਸੀਂ ਉਹ ਸਾਰਾ ਕਰਾਂਗੇ। ਲੈਟਸ ਸੇ ਦਿਸ ਇਜ਼ योर एक्स एक्सिस एंड वाई एक्सिस एंड दिस इज पॉइंट 0 एंड ਤੁਸੀਂ ਇਹਨੂੰ ਹੀ ਸ਼ਿਫਟ ਕਰ ਦਿੱਤਾ। ਕਿੰਨੇ ਡਿਸਟੈਂਸ ਨਾਲ ਸ਼ਿਫਟ ਕਰਦਾ? ਲੈਟਸ ਸੇ ਇਧਰੋਂ ਹੈਗਾ ਆ h ਡਿਸਟੈਂਸ, ਉਹਦੇ ਨਾਲ ਸ਼ਿਫਟ ਕਰ ਦਿੱਤਾ। ਇਧਰੋਂ k ਤਾਂ ਨਵੇਂ ਪੁਆਇੰਟ ਕੀ ਹੋ ਗਏ h ਐਂਡ k। ਨਾਓ ਦਿਸ ਇਜ਼ योर ओरिजिन h ਐਂਡ k ਫॉर द न्यू एक्सिस। ਹੁਣ ਇਹ ਨਿਊ ਐਕਸਿਸ ਬਣ ਗਿਆ, ਤੁਸੀਂ ਮਤਲਬ ਟ੍ਰਾਂਸਲੇਟ ਕਰਤਾ ਇਹ ਐਕਸਿਸ ਤੋਂ। ਮਤਲਬ ਜਿਹੜਾ ਫॉर ਐਗਜ਼ਾਮਪਲ ਤੁਸੀਂ ਪੁਆਇੰਟ ਦੇਖਦੇ ਪਏ ਨਾ, p ਪੁਆਇੰਟ ਹੈਗਾ x ਤੇ y ਤੇ, ਇਹਦੇ ਵਿਦ ਰਿਸਪੈਕਟ ਟੂ ਇਹ ਵਾਲਾ ਡਿਸਟੈਂਸ ਕੀ ਹੈਗਾ x ਤੇ y। ਜਦੋਂ ਇਹਦੇ ਵਿਦ ਰਿਸਪੈਕਟ ਟੂ ਮੈਂ ਇਸ ਪੁਆਇੰਟ ਨੂੰ ਦੇਖਾਂਗੀ ਤਾਂ ਇਹ ਵਾਲੇ ਪੁਆਇੰਟ, ਇਹ ਜਿਹੜੀ ਡਿਸਟੈਂਸ ਆ ਇਹ ਪੁਆਇੰਟ ਦਾ ਇਸ ਐਕਸਿਸ ਵਿੱਚ ਕੀ ਹੋ ਜਾਏਗਾ? ਚੇਂਜ ਹੋ ਜਾਏਗਾ। ਕੀ ਬਣ ਜਾਏਗਾ? x ਡੈਸ਼ y ਡੈਸ਼। ਕਲੀਅਰ? ਇਹ ਕੋਈ ਪੁਆਇੰਟ ਸੀ ਵਿਦ ਰਿਸਪੈਕਟ ਟੂ ਮੈਂ ਇਸ ਐਕਸਿਸ ਤੇ ਦੇਖਦੀ ਸੀ, ਇਹ ਪੁਆਇੰਟ ਸੀਗਾ x y। ਆਬਵੀਅਸਲੀ ਹੁਣ ਐਕਸਿਸ ਟ੍ਰਾਂਸਲੇਟ ਹੋ ਗਿਆ, ਚੇਂਜ ਹੋ ਗਿਆ। 0 0 ਤੋਂ ਰੀਜਨ ਸ਼ਿਫਟ ਹੋ ਕੇ ਕਿੱਥੇ ਚਲ ਗਿਆ? h k ਤੇ ਚਲ ਗਿਆ। ਤੇ ਪੁਆਇੰਟਸ ਦੀ ਦੂਰੀ ਵੀ ਚੇਂਜ ਹੋ ਜਾਏਗੀ ਨਾ। ਐਦੀ ਦੇਖਦੇ ਹੋ ਨਿਆਜ਼ ਦਾ ਇੱਥੋਂ ਦੂਰੀ x ਹੈਗੀ, ਇੱਥੋਂ ਕਿੰਨੀ ਆ y। ਹੁਣ ਜਦੋਂ ਇਹ ਪੁਆਇੰਟ ਸੇਮ ਹੀ ਆ, ਬਟ ਜਦੋਂ ਮੈਂ ਡਿਪੈਂਡ ਕਰਦਾ ਨਾ ਮੈਂ ਕਿਸ ਰੈਫਰੈਂਸ ਤੋਂ ਦੇਖ ਰਹੀ ਹਾਂ। ਹੁਣ ਇਹ ਐਕਸਿਸ ਜਿਹੜਾ ਚੇਂਜ ਹੋ ਗਿਆ, ਸੋ ਉਹਦੇ ਵਿਦ ਰਿਸਪੈਕਟ ਟੂ ਪੁਆਇੰਟ ਵੀ ਕੀ ਹੋ ਗਿਆ? x ਡੈਸ਼ y ਡੈਸ਼। ਕਿੰਨੇ ਚੇਂਜ ਹੋਣਗੇ? ਆਬਵੀਅਸਲੀ x ਡੈਸ਼ ਕਿੰਨਾ ਹੋ ਜਾਏਗਾ? x ਮਾਈਨਸ h। h ਜਿਹੜਾ ਵਿੱਚੋਂ ਮਾਈਨਸ ਹੋ ਜਾਏਗਾ ਤੇ y ਡੈਸ਼ ਲਈ ਕੀ ਮਾਈਨਸ ਹੋ ਜਾਏਗਾ? k ਵਾਲੀ ਕਿੰਨੀ ਦੂਰੀ ਨਾਲ ਸ਼ਿਫਟ ਹੋਈ ਸੀ? h ਨਾਲ ਹੋਇਆ ਸੀ ਸ਼ਿਫਟ। ਇਧਰ y ਵੱਲੋਂ ਕਿੰਨੇ ਨਾਲ ਸ਼ਿਫਟ ਹੋਇਆ ਸੀ? k ਨਾਲ ਸ਼ਿਫਟ ਹੋਇਆ ਸੀ। ਸੋ ਨਵਾਂ ਪੁਆਇੰਟ ਕੀ ਹੋਏਗਾ? x ਮਾਈਨਸ h ਕੀ ਪੂਰੀ ਜਿਹੜੀ x ਸੀ ਉਹਦੇ ਵਿੱਚੋਂ h ਕੀ ਕਰ ਦਿੱਤਾ? ਮਾਈਨਸ। ਤੇ y ਡੈਸ਼ ਜਿਹੜਾ ਨਵਾਂ ਪੁਆਇੰਟ ਆਏਗਾ ਉਹ ਕਿੰਨਾ ਮਾਈਨਸ ਹੋ ਜਾਏਗਾ? ਜਿੰਨਾ ਨਾਲ ਸ਼ਿਫਟ ਹੋ ਗਿਆ k ਨਾਲ। ਇਹ ਚੀਜ਼ ਤੁਸੀਂ ਯਾਦ ਰੱਖਣੀ ਕਿ ਜਦੋਂ ਵੀ ਤੁਸੀਂ ਜਿਹੜੇ ਐਕਸਿਸ ਨੂੰ ਟ੍ਰਾਂਸਲੇਟ ਕਰੋਗੇ, ओरिजिन ਆਪਣੀ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਸ਼ਿਫਟ ਹੋ ਜਾਣਗੇ, ਦੈਨ ਨਿਊ ਪੁਆਇੰਟਸ ਕੀ ਬਣਨਗੇ? x ਮਾਈਨਸ h y ਮਾਈਨਸ k। h ਐਂਡ k ਹੈ ਜੋ ਨਿਊ ओरिजिन ਸ਼ਿਫਟ ਕਰਕੇ ਆਏ ਆ ਉਹ। ਠੀਕ ਹੈ, ਸਮ ਦੇਖਦੇ ਇੱਕ। ਹਾਂ, ਵੈਰੀ ਇੰਪੋਰਟੈਂਟ ਪੁਆਇੰਟ, ਡਾਇਰੈਕਟ ਇਹ ਕੁਐਸਚਨ ਪੁੱਟ ਕੀਤਾ ਜਾ ਸਕਦਾ। ਕਿਹੜੀਆਂ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਟ੍ਰਾਂਸਲੇਸ਼ਨ ਆਫ ਐਕਸਿਸ ਨਾਲ ਚੇਂਜ ਨਹੀਂ ਹੁੰਦੀਆਂ? ਏਰੀਆ ਆਫ ਟ੍ਰਾਇੰਗਲ ਐਂਡ ਕੁਆਡਰੀਲੇਟਰ ਐਂਡ ਸਲੋਪ ਆਫ ਲਾਈਨ। ਵੈਰੀ ਇੰਪੋਰਟੈਂਟ ਕੁਐਸਚਨ ਹੈ, ਡਾਇਰੈਕਟ ਇਦਾਂ ਦੇ ਪੇਪਰ ਚੋਂ ਪੁੱਛ ਲੈਂਦੇ ਆ, ਜਿਹਦੇ ਵਿੱਚ ਡਾਇਰੈਕਟ ਪੁੱਛਿਆ ਜਾ ਸਕਦਾ ਕਿ ਇਹਨਾਂ ਵਿੱਚੋਂ ਕਿਹੜੀ ਚੀਜ਼ ਆ ਜਿਹੜੀ ਐਕਸਿਸ ਦੇ ਟ੍ਰਾਂਸਲੇਟ ਹੋਣ ਨਾਲ ਚੇਂਜ ਨਹੀਂ ਹੁੰਦੀ। ओरिजिन ਸ਼ਿਫਟ ਕਰ ਦੋ ਕੋਈ ਫਰਕ ਨਹੀਂ ਪੈਂਦਾ। ਸਲੋਪ ਆਫ ਲਾਈਨ, ਸਲੋਪ ਆਫ ਲਾਈਨ ओरिजिन ਸ਼ਿਫਟ ਕਰਨ ਨਾਲ ਬਿਲਕੁਲ ਵੀ ਚੇਂਜ ਨਹੀਂ ਹੁੰਦੀ। ਠੀਕ ਹੈ, ਟ੍ਰਾਂਸਲੇਸ਼ਨ ਆਫ ਐਕਸਿਸ ਨਾਲ ਚੇਂਜ ਨਹੀਂ ਹੁੰਦੀ, ਨਾ ਏਰੀਆ ਆਫ ਟ੍ਰਾਇੰਗਲ ਚੇਂਜ ਹੁੰਦਾ, ਨਾ ਕੁਆਡਰੀਲੇਟਰ ਚੇਂਜ। ਕਲੀਅਰ? ਇਹ ਤੁਸੀਂ ਪੁਆਇੰਟ ਐਜ਼ ਇਟ ਇਜ਼ ਯਾਦ ਰੱਖੋ, ਇਹਦਾ ਪ੍ਰੂਵ ਨਹੀਂ ਕਰਨਾ ਹੁਣ ਆਪਾਂ। ਨੈਕਸਟ ਆਪਾਂ ਸਮ ਦੇਖਦੇ ਹਾਂ। फाइंड द न्यू कोऑर्डिनेट्स ऑफ द पॉइंट। कोऑर्डिनेट्स होते हैं एक्स वाई के पॉइंट। ठीक है, कहते एक्स वाई के नवे पॉइंट पता करो, यानी एक्स डैश वाई डैश तुसी पता करना। किस पॉइंट दे 1 1, मतलब पहला पॉइंट की सीगा एक्स वाई, साडे को पॉइंट पहला की सी 1 1। ਇਹਦੇ ਨਿਊ ਕੋਆਰਡੀਨੇਟਸ ਪਤਾ ਕਰਨੇ ਕਦੋਂ? ਜਦੋਂ ओरिजिन शिफ्ट हो गए, कितना बन गया? -3 -2। मतलब पहला ओरिजिन कोई होगा -3 -2, फिर शिफ्ट हो गए कितना बन गया? सॉरी, पहला ओरिजिन कुछ होर सी और शिफ्ट हो गए कितना हो गया? -3 -2। ओरिजिन पहला आप 0 0 लेके चलते ना, हुणे शिफ्ट हो गए कितना हो गया? -3 -2। यानी h दे पॉइंट ए वाला ओरिजिन बन गया -3 -2। दैट मींस h कितना आ गया साडे कोल? -3, k इज इक्वल टू -2। ते x दी वैल्यू कितनी है? 1, y दी वैल्यू 1। स्टेटमेंट समझनी होनी कि फाइंड द न्यू कोऑर्डिनेट्स ऑफ द पॉइंट। किसी पॉइंट दे नवे कोऑर्डिनेट पता करने। कोऑर्डिनेट होंगे एक्स वाई दे पॉइंट जेडे एक्सिस ते होंगे। ਜਦੋਂ ओरिजिन ਨੂੰ ਕਿੰਨਾ ਸ਼ਿਫਟ ਕੀਤਾ ਗਿਆ, ਮਤਲਬ ओरिजिन ਤੁਹਾਡਾ ਸ਼ਿਫਟ ਹੋ ਗਿਆ, ਕਿੰਨਾ ਬਣ ਗਿਆ? -3 ਐਂਡ -2। ਕਲੀਅਰ? ਨਵੇਂ ਪੁਆਇੰਟਸ ਕੀ? x ਡੈਸ਼ y ਡੈਸ਼। x ਡੈਸ਼ ਕੀ ਹੁੰਦਾ? x plus h, x minus h, ਦੈਟ ਇਜ਼ ਆ ਗਿਆ ਸਾਡੇ ਕੋਲ 4। ਤੇ y ਡੈਸ਼ ਕੀ ਹੁੰਦਾ? y minus k, ਦੈਟ ਇਜ਼ ਇਕੁਅਲ ਟੂ 3। ਸੋ ਨਵੇਂ ਪੁਆਇੰਟ ਸਾਡੇ ਕੋਲ ਜਿਹੜੇ ਆ ਜਾਣਗੇ, ਦਾ ਪਹਿਲਾ ਇਹ ਪੁਆਇੰਟ 1 1 ਸੀਗੇ। ਠੀਕ ਆ, ਹੁਣ ਨਵੇਂ ਪੁਆਇੰਟ ਸ਼ਿਫਟ ਹੋ ਗਏ, ਕਿੰਨੇ ਆ ਗਏ? 4 ਐਂਡ। ਕਲੀਅਰ? ਈਜ਼ੀ ਸੀਗਾ ਨਾ? ਬਸ ਤੁਹਾਨੂੰ ਇਹ ਵਾਲੀ ਚੀਜ਼ ਸਮਝ ਆਈ ਹੋਣੀ ਚਾਹੀਦੀ ਹੈ, ਉਹਦੇ ਲਈ ਕੁਝ ਵੀ ਡਿਫਰੈਂਟ। ਇਹ ਟ੍ਰਾਂਸਲੇਸ਼ਨ ਆਫ ਐਕਸਿਸ ਬਹੁਤ ਈਜ਼ੀ ਹੁੰਦਾ, ਕਿਉਂਕਿ ਇਹਦੇ ਵਿੱਚ ਕੀ ਹੁੰਦਾ ਸੀ? ਜਸਟ ਇਹ ਵਾਲੀ ਚੀਜ਼ ਯੂਜ਼ ਕਰਨੀ ਹੁੰਦੀ ਹੈ। ਨੈਕਸਟ ਸਮ ਦੇਖੋ। See the next sum. The next sum is find the transformed equation of curve x square plus y square plus 4x minus 6y plus 16 equal to 0 when origin shifted to point -2 and 3।
ਹੁਣ ਜਿਹੜੇ ਪੁਆਇੰਟ ਆ origin ਦੇ ਉਹ ਸ਼ਿਫਟ ਹੋ ਕੇ ਕਿੱਥੇ ਚਲ ਗਏ ਆ -2 ਐਂਡ 3 ਦੇ। ਤੇ ਇਹ ਜਿਹੜੀ ਇਕੁਏਸ਼ਨ ਆ ਸੀ ਇਹਦੀ ਟ੍ਰਾਂਸਫਾਰਮਡ ਇਕੁਏਸ਼ਨ ਪਤਾ ਕਰਨੀ ਆ। ਆਬਵੀਅਸਲੀ ਜਦੋਂ ਇਹ origin ਹੀ ਸ਼ਿਫਟ ਹੋ ਕੇ ਕਿਤੇ ਹੋਰ ਚਲ ਜਾਣਗੇ ਤਾਂ ਇਕੁਏਸ਼ਨ 'ਚ ਵੀ ਤਾਂ ਚੇਂਜ ਆਏਗਾ ਨਾ, x ਤੇ y ਦੀ ਵੈਲਿਊਜ਼ ਚੇਂਜ ਆਏਗਾ। ਇਕੁਏਸ਼ਨ ਸਾਡੇ ਕੋਲ ਕੀ ਗਿਵਨ ਹੈਗੀ ਆ x² + y² + 4x - 6y + 16 = 0। ਕਲੀਅਰ? ਇਹੀ ਵਾਲੀ ਇਕੁਏਸ਼ਨ ਸਾਨੂੰ ਗਿਵਨ ਹੈਗੀ ਆ ਨਾ। ਸੋ ਇਹਦੇ ਵਿੱਚ ਕੀ ਆ ਸਾਡੇ ਕੋਲ ਜਿਹੜੇ origin ਆ ਉਹ ਸ਼ਿਫਟ ਕਿੱਥੇ ਹੋ ਕੇ ਚਲ ਗਏ -2 - 3, ਯਾਨੀ ਕਿ x' ਕੀ ਇਕੁਅਲ ਟੂ ਆ ਜਾਏਗਾ x - +2 ਹੋ ਜਾਏਗਾ, y' y - k, k ਕਿੰਨਾ ਸਾਡੇ ਕੋਲ 3। तो इथों x ਦੀ ਵੈਲਿਊ ਇੰਪਲਾਈਜ਼ ਟੂ ਕਿੰਨੀ ਆ ਜਾਏਗੀ x - 2, ਇਥੋਂ y ਕਿੰਨਾ ਆ ਜਾਏਗਾ y' + 3। ਸੋ ਇੰਨਾ ਪਹਿਲਾਂ ਤੁਹਾਨੂੰ ਕਲੀਅਰ ਹੋਇਆ ਕਿ ਕਹਿੰਦਾ फाइंड दी ट्रांसफॉर्म्ड इक्वेशन। इस कर्व दी ट्रांसफॉर्म्ड इक्वेशन पता करनी जो ओरिजिन शिफ्ट हो गए -2 पॉइंट कितने चल गए -2 ਤੇ 3 ਤੇ, यानी h ਤੇ k ਦੀ ਵੈਲਿਊ ਗਿਵਨ ਹੈਗੀ। ਹੁਣ ਸਾਨੂੰ ਇੱਥੇ ਪੁੱਟ ਕਰਕੇ ਅਸੀਂ x ਤੇ y ਦੀਆਂ ਵੈਲਿਊਜ਼ ਕੱਢ ਲਵਾਂਗੇ। ਇਹ x ਤੇ y ਜਦੋਂ ਮੈਂ ਇੱਥੇ ਪੁੱਟ ਕਰਾਂਗੀ ਇਹ ਕਿਹੜੀ ਇਕੁਏਸ਼ਨ ਮਿਲ ਜਾਏਗੀ ਮੈਨੂੰ ਜਦੋਂ ओरिजिन शिफ्ट ਹੋ ਗਏ। ਠੀਕ ਹੈ, ਇੱਥੇ ਅਸੀਂ ਵੈਲਿਊ ਪੁੱਟ ਕਰ ਦੇਣੀ ਹੈ। x ਦੀ ਵੈਲਿਊ ਕਿੰਨੀ ਪੁੱਟ ਕਰਨੀ ਹੈ x' - 2 स्क्वायर प्लस y ਦੀ ਵੈਲਿਊ ਕੀ ਪੁੱਟ ਕਰਨੀ ਹੈ y' + 3 प्लस 4 इंटू x की वैल्यू कितनी है x' - 2 प्लस -6x y की वैल्यू हैगी y' + 3 प्लस 16 = 0। ਇਹਨੂੰ ਤੁਸੀਂ ਸਾਰੇ ਇਕੁਏਸ਼ਨ ਨੂੰ a + b ਦਾ ਹੋਲ ਸਕੁਅਰ a - b ਦਾ ਹੋਲ ਸਕੁਅਰ ਜਿੱਥੇ ਜਿੱਥੇ ਹੈ ਸਾਰਾ ਖੋਲ ਕੇ x y ਵਾਲੇ ਇੱਕ ਜਗ੍ਹਾ ਇਕੱਠੇ ਕਰਕੇ ਉਹ ਤੁਹਾਡੀ ਨਵੀਂ ਇਕੁਏਸ਼ਨ ਬਣ ਜਾਣੀ ਹੈ। ਠੀਕ ਹੈ ਜੀ। ਸੋ ਪਤਾ ਲੱਗ ਗਿਆ ਇਕੁਏਸ਼ਨ ਕਿੱਦਾਂ ਬਣਦੀ, ਟ੍ਰਾਂਸਫਾਰਮਡ ਇਕੁਏਸ਼ਨ ਕਿੱਦਾਂ ਬਣੇਗੀ। कुछ नहीं करना, बस तुसी ट्रांसफॉर्म्ड एक्सिस दी इत्थे पुट करके उथे x ते y ਦੀਆਂ ਵੈਲਿਊਜ਼ ਕੱਢ ਕੇ ਪੁੱਟ ਕਰ ਦੇਣੀ ਆ। ਮਤਲਬ ਜੇ ਧਿਆਨ ਨਾਲ ਤੁਸੀਂ ਸੋਚੋ ਇਸ ਗੱਲ ਨੂੰ ਕਿ ਜਦ origin ਹੀ ਸ਼ਿਫਟ ਹੋ ਗਿਆ ਤੇ x y ਦੀਆਂ ਵੈਲਿਊ ਵੀ ਤਾਂ ਚੇਂਜ ਹੋ ਜਾਣੀ ਆ। ਉਹ ਕਿੰਨੀਆਂ ਚੇਂਜ ਹੋਣਗੀਆਂ ਅਸੀਂ ਇੱਥੋਂ ਕੱਢ ਲਈਆਂ। ਕਲੀਅਰ? ਉਹ ਚ ਪੁੱਟ ਕਰ ਦੋ, ਨਵੀਂ ਇਕੁਏਸ਼ਨ ਬਣ ਜਾਏਗੀ। ਸੋ ਨੈਕਸਟ ਸਮ ਦੇਖਦੇ ਹਾਂ। ਲੈਟਸ ਟੇਕ ਅ ਸਕਰੀਨਸ਼ਾਟ। ਨੈਕਸਟ ਸਮ ਦੇਖੋ ਧਿਆਨ ਨਾਲ ਕੀ ਕਹਿ ਰਿਹਾ ਉਹ। फाइंड द पॉइंट टू विच द ओरिजिन शुड बी शिफ्टेड। ਹੁਣ ਅਸੀਂ ਉਹ ਪੁਆਇੰਟ ਪਤਾ ਕਰਨਾ ਕਿ origin ਕਿੰਨੇ ਸ਼ਿਫਟ ਹੋਣਗੇ। दैट मींस ਹੁਣ ਅਸੀਂ h ਤੇ k ਪਤਾ ਕਰਨੇ ਆ। ਕਲੀਅਰ? ਸੋ दैट ਕਿ ਜਿਹੜੀ ਵੀ ਸਾਨੂੰ ਗਿਵਨ ਇਕੁਏਸ਼ਨ ਹੈਗੀ ਆ ਉਹ ਟ੍ਰਾਂਸਫਾਰਮਡ ਹੋ ਕੇ ਕੀ ਬਣ ਜਵੇ y² + ax। ਜੇ ਮੈਂ ਇਨ ਟਰਮ ਆਫ ਡੈਸ਼ ਕਵਾਂਗੀ ਤੇ ਇਹ ਕੀ ਬਣ ਜਾਏਗੀ y' + ax ਡੈਸ਼। ਟ੍ਰਾਂਸਫਾਰਮ ਤੇ ਅਸੀਂ ਡੈਸ਼ ਦੀ ਫਾਰਮ ਚ ਲਿਖ ਲਈ ਦੀ ਨਾ। ਸੋ दैट मींस वो कह रहा कि ओरिजिन जेडे किन्ने ते शिफ्ट होन कि आ वाली इक्वेशन की बन जावे ए वाली। ठीक है, पहला अपन अपनी इक्वेशन देखदे हां। सानू की दित्ती है y² - 6y - 4x + 13 = 0। मैं ओरिजिन शिफ्ट करवाने हैं। की करांगी मैं इथों x की वैल्यू कढ लवांगी क्योंकि हुण ओरिजिन अपने कोल h k ले ले क्योंकि इतना मैं कढने आ। इथों देखो जे मैं इंप्लाइज टू करा x की वैल्यू की आ जाएगी x' + h ते y की वैल्यू आ जाएगी y' + k। ਇਹ ਤੁਸੀਂ ਇੱਥੇ ਪੁੱਟ ਕਰ ਦੋ। y ਦੀ ਜਗ੍ਹਾ ਕੀ ਲਿਖ ਦੋ y' + k ਦਾ ਹੋਲ ਸਕੁਅਰ -6 y ਦੀ ਜਗ੍ਹਾ ਕੀ ਲਿਖ ਦੋਗੇ y' + k -4 x ਦੀ ਜਗ੍ਹਾ ਕੀ ਲਿਖ ਦੋਗੇ x' + h ਪਲੱਸ ਕੀ ਹੈ ਤੁਹਾਡੇ ਕੋਲ 13 = ਕੀ ਆ 0। ਇਹਨੂੰ ਓਪਨ ਕਰ ਲਈਏ ਸਾਰੀ ਨੂੰ ਆਪਾਂ a² + b² a² + b² + 2ab। ਕਲੀਅਰ? ਇਹਦੇ -6y' - 6k -4x' -4h plus 13 = 0। x वाले अलग कर लो, y वाले अलग कर लो। y' प्लस इतना y' कॉमन आ गया 2k - 6 प्लस k², ये वाला k² -4h प्लस 13 ਤੇ ਇੱਕ ਸਾਡੇ ਕੋਲ ਬਚ ਗਿਆ -4x' = 0। ਦੇਖੋ ਮੈਂ ਕੀ ਕੀਤਾ, ਇਹਨੂੰ ਇੱਦੇ ਰਹਿਣ ਦਿੱਤਾ। h ਤੇ h y' ਕਾਮਨ ਸੀ, ਮੈਂ ਕੱਢ ਲਿਆ 2k - 6 ਆ ਗਿਆ प्लस k² ਇੱਦੀ ਰਿਹਾ। ਇੱਥੇ ਸਾਡੇ ਕੋਲ -6k ਵੀ ਹੈਗਾ, ਨਹੀਂ 6k, ਹਾਂ -6k प्लस 13 -4x' = 0। एक बारी फिर चेक कर लो y' में जो कॉमन कर लिया 2k - 6 रह गया k² -6k -4h प्लस 13 -4x' = 0। ਹੁਣ ਇਹ ਵਾਲੀ ਮੈਂ इक्वेशन कदों बनाई जो मैं एक्सिस ਨੂੰ ਕੀ ਕਰ ਦਿੱਤਾ ट्रांसलेट कर दिता ना, मतलब ओरिजिन शिफ्ट कर दिते। ओरिजिन शिफ्ट करन ते इक्वेशन बनी। वो कह रहा सी कि किन्ने ते ओरिजिन शिफ्ट करिए कि जेडी ए इक्वेशन मोल्ड होके आ चीज बन जाए। मैं इहदे नाल कंपेयर कर लेनी है ना।
ਇਹਦੇ ਨਾਲ ਕੰਪੇयर करूंगी, ਇਹਦੇ ਨਾਲ कंपेयर करा कि y डैश, ये मेरे को इक्वेशन है y डैश स्क्वायर प्लस ax इक्वल टू 0 सी, मैंने डैश की फॉर्म च लिख लिया क्योंकि कन्वर्ट करके ਅਸੀਂ डैश की फॉर्म च लेने आ। y डैश स्क्वायर प्लस ax डैश। ਹੁਣ ਧਿਆਨ ਨਾਲ ਕੰਪੇਅਰ ਕਰੋ, y ਡੈਸ਼ ਸਕੁਅਰ ਨੂੰ y ਡੈਸ਼ ਨਾਲ ਸਕੁਅਰ ਨਾਲ ਕੰਪੇਅਰ ਕਰੋਗੇ ਤਾਂ ਕੋਐਫੀਸ਼ੀਐਂਟ ਕਿੰਨਾ ਆ ਜਾਏਗਾ 1। ਜਦੋਂ y ਡੈਸ਼ ਦਾ ਕੋਐਫੀਸ਼ੀਐਂਟ ਦੇਖੋਗੇ ਇੱਥੇ ਕਿੰਨਾ ਕੋਐਫੀਸ਼ੀਐਂਟ 2k - 6, ਇੱਥੇ ਤਾਂ ਕੋਐਫੀਸ਼ੀਐਂਟ ਹੈ ਹੀ ਨਹੀਂ। ਜਿਹੜੀ ਇਕੁਏਸ਼ਨ ਦਿੱਤੀ ਸਾਨੂੰ ਉਹਨੇ, ਜਿਹੜੀ ਆਹ ਵਾਲੀ ਇਕੁਏਸ਼ਨ ਦਿੱਤੀ ਆ y ਡੈਸ਼ ਸਕੁਅਰ प्लस ax डैश, ਇਹਦੇ ਵਿੱਚ y ਦਾ ਕੋਐਫੀਸ਼ੀਐਂਟ ਤਾਂ ਹੈ ਹੀ ਨਹੀਂ, ਕਿੰਨਾ ਹੋ ਗਿਆ 0। ਅੱਛਾ ਤੇ ਉਧਰੋਂ ਦੇਖ ਲਓ x ਡੈਸ਼ ਦਾ ਕੋਐਫੀਸ਼ੀਐਂਟ 4 a ਦੀ ਵੈਲਿਊ ਨਾਲ ਸਾਨੂੰ ਕੋਈ ਮਤਲਬ ਹੀ ਨਹੀਂ। ਉਸ ਤੋਂ ਬਾਅਦ ਕਾਂਸਟੈਂਟ ਟਰਮ ਇੱਥੇ ਕੋਈ ਹੈ ਹੀ ਨਹੀਂ, ਤੇ ਇੱਥੇ ਕਾਂਸਟੈਂਟ ਟਰਮ ਕਿਹੜੀ ਹੈ ਸਾਡੇ ਕੋਲ, k ਸਕੁਅਰ - 4h प्लस 13 - 6k। ਹੁਣ ਇਹ ਕਾਂਸਟੈਂਟ ਟਰਮ ਸਾਡੇ ਕੋਲ ਹੈ ਨਹੀਂ, ਉਸ ਇਕੁਏਸ਼ਨ ਤੇ ਕੰਪੇਅਰ ਕਰਨ ਦੇ ਕਿੰਨੀ ਆ ਗਈ 0। ਇਹਦੇ ਨਾਲ ਕੰਪੇਅਰ ਕਰ ਲਿਆ ਸੀ y ਡੈਸ਼ ਨੂੰ, y ਡੈਸ਼ ਕੀ ਨਾਲ ਕੰਪੇਅਰ ਕੀਤਾ, ਇਹ ਤਾਂ ਵੈਲਿਊ 1 1 ਕੋਈ ਫਰਕ ਨਹੀਂ। y ਡੈਸ਼ ਇੱਥੇ ਹੈ ਹੀ ਨਹੀਂ, ਜਦੋਂ y ਡੈਸ਼ ਵਾਲੀ ਟਰਮ ਕੀ ਰੱਖ ਲਈ 0। ਇਹਦੀ ਕਾਂਸਟੈਂਟ ਟਰਮ ਹੈ ਨਹੀਂ, ਕਾਂਸਟੈਂਟ ਟਰਮ ਇਹਦੇ ਵਿੱਚੋਂ ਕਿਹਦੀ ਰੱਖ ਲਈ 0, ਕਿਉਂਕਿ ਅਸੀਂ h ਤੇ k ਦੀ ਵੈਲਿਊ ਉਹਲੀ ਪਤਾ ਕਰਨੀ ਹੈ ਕਿ ਇਹ ਇਕੁਏਸ਼ਨ ਕਨਵਰਟ ਹੋ ਕੇ ਕੀ ਬਣ ਜਵੇ a। ਸੋ ਮੈਂ ਇਹਦੇ ਨਾਲ ਕੰਪੇਅਰ ਕਰਨਾ। ਕਲੀਅਰ। ਇੱਥੋਂ ਅਸੀਂ ਦੇਖਦੇ ਹਾਂ 2k - 6 ਬਰਾਬਰ 0 ਰੱਖਾਂਗੇ ਤਾਂ ਇੱਥੋਂ k ਸਾਡੇ ਕੋਲ ਕਿੰਨਾ ਆ ਜਾਏਗਾ 3, k ਦੀ ਵੈਲਿਊ ਨਿਕਲ ਗਈ ਸਾਡੇ ਕੋਲ 3। ਹੁਣ ਇੱਥੇ ਮੈਂ ਪੁੱਟ ਕਰ ਦਾਂਗੀ k ਨੂੰ, ਇਹਦੇ ਵਿੱਚ ਜਦੋਂ ਮੈਂ ਪੁੱਟ ਕਰਾਂਗੀ I will get 3 square minus 4h plus 13 minus 6 into 3 19 minus 4h plus 13 minus 18 minus 6k। What we will get 13 plus 9 equal to 0 चल रहा ना, 13 प्लस 9 माइनस 18 इक्वल टू क्या आ जाएगा 4h। ये आ जाएगा 22 माइनस 18 इक्वल टू क्या आ जाएगा 4h एंड इथो h कितना आ जाएगा 1। ठीक है, क्योंकि ਅਸੀਂ 22 ਚੋਂ ਮਾਈਨਸ ਕਰਾਂਗੇ 18 बट वी विल गेट 4, क्योंकि ਇਹ ਹੋ ਗਿਆ ਮਾਈਨਸ, ਇਥੋਂ h ਕਿੰਨਾ ਆ ਗਿਆ 1। ਸੋ ਇਹ ਸਾਡੇ ਕੋਲ ਪੁਆਇੰਟ ਕੀ ਆ ਗਏ 1 ਤੇ बस यही करना सी किन्ने ते ओरिजिन ਨੂੰ शिफ्ट ਕੀਤਾ ਜਾਵੇ कि ਇਹ ਵਾਲੀ ਇਕੁਏਸ਼ਨ ਜਿਹੜੀ ਆ शिफ्ट ਹੋ ਕੇ ਇਹ ਵਾਲੀ ਇਕੁਏਸ਼ਨ ਬਣ ਜਾਵੇ। ਪਹਿਲਾਂ ਮੈਂ ओरिजिन शिफ्ट ਆਪਣੇ ਕੋਲ ਕਰਾ ਲਈ h ਕੇ ਤੇ ਉਹਨੂੰ ਇਹਨਾਂ ਕੰਪੇਅਰ ਕਰਕੇ ਉੱਥੇ h ਤੇ k ਦੀਆਂ ਵੈਲਿਊਜ਼ ਕੱਢ ਲਈ ਐਂਡ ਆਈ ਗੈਟ ਟੂ 1 ਐਂਡ ਦਿਸ ਇਜ਼ ਮਾਈ ਆਨਸਰ। ਸੋ ਇਦਾਂ ओरिजिन शिफ्ट ਵਾਲੇ ਸਮ ਕਰਨੇ ਕੋਈ ਔਖੇ ਨਹੀਂ ਹੈਗੇ, ਈਜ਼ੀ ਹੈ ਕਿ ਬਸ ਤੁਸੀਂ ਆਹ ਵਾਲੀ ਇਕੁਏਸ਼ਨ ਜੇ ਯਾਦ ਰੱਖੋਗੇ, ਜਿਹੜਾ ਮੈਂ ਕਨਸੈਪਟ ਸਟਾਰਟਿੰਗ ਚ ਸਮਝਾਇਆ ਯਾਦ ਰੱਖੋਗੇ ਤੇ ਕੁਐਸਚਨਸ ਬਹੁਤ ਈਜ਼ੀ ਨੇ। ਠੀਕ ਹੈ, ਸੋ ਜੇ ਤੁਹਾਨੂੰ ਵੀਡੀਓ ਪਸੰਦ ਆਈ ਲਾਈਕ ਐਂਡ ਕਮੈਂਟ ਕਰੋ, ਹੋਰਾਂ ਨਾਲ ਸ਼ੇਅਰ ਕਰੋ। ਥੈਂਕਸ ਫॉर ਵਾਚਿੰਗ ਦ ਵੀਡੀਓ।